ਸ੍ਰੀ ਵਾਹਿਗੁਰੂ ਸਾਹਿਬ ਜੀ। ਤਾਰੂ ਪੋਪਟ ਤਾਰਿਆ, ਗੁਰਮੁਖ ਬਾਲ ਸੁਭਾਏ ਉਦਾਸੀ। ਮੂਲਾ ਕੀੜ ਵਖਾਣੀਐ, ਚਲਤ ਅਚਰਜ ਲੁਭਤ ਗੁਰਦਾਸੀ। ਪਿਰਥਾ ਖੇਡਾ ਸੋਏਰੀ, ਚਰਨ ਸਰਣ ਸੁਖ ਸਹਿਜ ਨਿਵਾਸੀ। ਭਲਾ ਰਬਾਬ ਵਜਾਏਂਦਾ, ਮਜਲਸ ਮਰਦਾਨਾ ਮੀਰਾਸੀ। ਪਿਰਥੀ ਮਲ ਸਹਿਗਲ ਭਲਾ, ਰਾਮਾ ਡਿੱਡੀ ਭਗਤ ਅਭਿਆਸੀ। ਦੌਲਤ ਖਾਂ ਲੋਧੀ ਭਲਾ, ਹੋਆ ਜਿੰਦ ਪੀਰ ਅਬਿਨਾਸੀ। ਮਾਲੋ ਮੰਗਾ ਸਿੱਖ ਦੋਏ, ਗੁਰਬਾਣੀ ਰਸ ਰਸਕ ਬਿਲਾਸੀ। ਸਨਮੁਖ ਕਾਲੂ ਆਸ ਧਾਰ, ਗੁਰਬਾਣੀ ਦਰਗਹਿ ਸਾਬਾਸੀ। ਗੁਰਮਤਿ ਭਾਉ ਭਗਤ ਪਰਗਾਸੀ, ਗੁਰਮਤਿ ਭਾਉ ਭਗਤ ਪਰਗਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਜੋਤ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਭਰ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਰੂਪ ਸਾਧ ਸੰਗਤ ਜੀ, ਆਓ ਚਿੱਤ ਬਿਰਤੀਆਂ ਨੂੰ ਇਕਾਗਰ ਕਰਦਿਆਂ ਹੋਇਆਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਨਾਲ ਜੁੜੀਏ। ਆਪਾਂ 11ਵੀਂ ਵਾਰ ਦੀ 13ਵੀਂ ਪੌੜੀ ਸਰਵਣ ਕਰ ਰਹੇ ਹਾਂ। ਸੋ ਇਸ 13ਵੀਂ ਪੌੜੀ ਦੇ ਵਿੱਚ ਭਲਾ ਰਬਾਬ ਵਜਾਏਂਦਾ, ਮਜਲਸ ਮਰਦਾਨਾ ਮੀਰਾਸੀ, ਇੱਥੋਂ ਤੱਕ ਦੀ ਜੋ ਵਿਚਾਰ ਹੈ ਆਪਾਂ ਕੱਲ੍ਹ ਸਰਵਣ ਕੀਤੀ ਹੈ। ਭਾਈ ਤਾਰੂ ਜੋ ਪੋਪਟ ਜਾਤ ਦਾ ਸੀ, ਉਹਨੂੰ ਤਾਰਿਆ ਮਹਾਰਾਜ ਨੇ। ਭਾਈ ਮੂਲਾ ਕੀੜ ਜਾਤੀ ਦਾ ਕਿਹਾ ਜਾਂਦਾ ਹੈ, ਉਹ ਗੁਰੂ ਚਰਨਾਂ ਦਾ ਭੌਰਾ ਬਣਿਆ। ਪਿਰਥਾ ਖੇਡਾ ਇਹ ਸੋਇਰੀ ਜਾਤ ਦੇ ਸਨ, ਸਤਿਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਸਹਿਜ ਸੁਖ ਨੂੰ ਪ੍ਰਾਪਤ ਕੀਤਾ। ਭਲਾ ਰਬਾਬ ਵਜਾਏਂਦਾ, ਮਜਲਸ ਮਰਦਾਨਾ ਮੀਰਾਸੀ। ਭਾਈ ਮਰਦਾਨਾ ਜੀ, ਜਿਨ੍ਹਾਂ ਬਹੁਤ ਲੰਮਾ ਸਮਾਂ ਸਤਿਗੁਰੂ ਪਾਤਸ਼ਾਹ ਦੇ ਨਾਲ ਰਹਿ ਕਰਕੇ ਤੇ ਮਹਾਰਾਜ ਸੱਚੇ ਪਾਤਸ਼ਾਹ ਦੇ ਨਾਲ ਰਬਾਬ ਵਜਾਉਂਦੇ ਸਨ। ਸੋ ਇੱਥੋਂ ਤੱਕ ਆਪਾਂ ਕੱਲ੍ਹ ਵਿਚਾਰ ਸਰਵਣ ਕੀਤੀ ਸੀ। ਹੁਣ ਇਸ ਤੋਂ ਅੱਗੇ ਭਾਈ ਗੁਰਦਾਸ ਸਾਹਿਬ ਜੀ, ਸੋ ਗੁਰੂ ਕੇ ਪਿਆਰੇ ਸਿੱਖ ਜਿਹੜੇ ਹੈ, ਸਤਿਗੁਰੂ ਦੀ ਚਰਨ ਸ਼ਰਨ ਵਿੱਚ ਰਹਿ ਕੇ ਜਿਨ੍ਹਾਂ ਨੇ ਸਿੱਖੀ ਕਮਾਈ, ਮਹਾਰਾਜ ਤੋਂ ਖੁਸ਼ੀਆਂ ਪ੍ਰਾਪਤ ਕੀਤੀਆਂ, ਸੋ ਇਹ ਸਾਰੇ ਐਸੇ ਪਿਆਰੇ ਸਿੱਖ ਹਨ ਜਿਹੜੇ ਮਹਾਰਾਜ ਤੋਂ ਸਿੱਖੀ ਪ੍ਰਾਪਤ ਕਰਕੇ ਸਤਿਗੁਰੂ ਦੇ ਚਰਨਾਂ ਦੇ ਵਿੱਚ ਜਿਨ੍ਹਾਂ ਦਾ ਨਿਵਾਸ ਹੋਇਆ। ਹੁਣ ਇਸ ਤੋਂ ਅੱਗੇ ਭਾਈ ਗੁਰਦਾਸ ਸਾਹਿਬ ਜੀ ਸਿੱਖਾਂ ਦੇ ਨਾਂ ਸਾਨੂੰ ਦੱਸ ਰਹੇ ਹੈ। ਆਓ ਭਾਵਨਾ ਦੇ ਨਾਲ ਸਰਵਣ ਕਰੀਏ। ਵਾਹਿਗੁਰੂ ਜੀ। ਪਿਰਥੀ ਮਲ ਸਹਿਗਲ ਭਲਾ, ਰਾਮਾ ਡਿੱਡੀ ਭਗਤ ਅਭਿਆਸੀ। ਭਾਈ ਗੁਰਦਾਸ ਸਾਹਿਬ ਜੀ ਫਰਮਾਉਂਦੇ ਹੈ, ਭਾਈ ਪਿਰਥੀ ਮਲ ਇਹ ਸਹਿਗਲ ਜਾਤ ਦੇ ਸਨ,
ਤੇ ਭਾਈ ਰਾਮਾ ਇਹ ਡਿੱਡੀ ਜਾਤ ਦੇ ਸਨ। ਇਹ ਦੋਵੇਂ ਗੁਰੂ ਕੇ ਸਿੱਖ ਜਿਹੜੇ ਹੈ ਗੁਰੂ ਨਾਨਕ ਸਾਹਿਬ ਦੇ ਸਿੱਖ ਸਨ ਅਤੇ ਭਗਤੀ ਕਰਕੇ ਬੜੇ ਵੱਡੇ ਅਭਿਆਸੀ ਬਣੇ ਹੈ। ਇਬਾਦਤ ਕੀਤੀ, ਭਗਤੀ ਕੀਤੀ ਇਹਨਾਂ ਨੇ, ਅਤੇ ਇਹਨਾਂ ਦਾ ਪਰਿਵਾਰ ਸਮੇਤ ਕਲਿਆਣ ਹੋਇਆ। ਪਿਰਥੀ ਮੱਲ ਸਹਿਗਲ ਅਤੇ ਰਾਮਾ ਡਿੱਡੀ ਇਹ ਦੋਵੇਂ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਤੋਂ ਵਰੋਸਾਏ ਗਏ। ਅਤੇ ਜਿਸ ਦਿਨ ਇਹਨਾਂ ਨੇ ਆ ਕੇ ਪਹਿਲੀ ਪਾਤਸ਼ਾਹੀ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਦੀਦਾਰ ਕੀਤੇ, ਸ਼ਰਧਾ ਸੰਯੁਕਤ ਹੋ ਕੇ ਨਮਸਕਾਰ ਕੀਤੀ, ਬੇਨਤੀ ਕੀਤੀ, ਸੱਚੇ ਪਾਤਸ਼ਾਹ ਸਾਨੂੰ ਕੋਈ ਇਹੋ ਜਿਹਾ ਸੌਖਾ ਰਾਹ ਦੱਸੋ ਕਿ ਪ੍ਰਭੂ ਦੇ ਨਾਲ ਅਭੇਦਤਾ ਹੋ ਜਾਏ, ਪਰਮੇਸ਼ਰ ਦੇ ਨਾਲ ਸਾਡਾ ਮਿਲਾਪ ਹੋ ਜਾਏ। ਪਿਰਥੀ ਮੱਲ ਅਤੇ ਭਾਈ ਰਾਮਾ ਨੂੰ ਮਹਾਰਾਜ ਨੇ ਕਿਹਾ ਵੀ 3 ਤਰ੍ਹਾਂ ਦਾ ਤਪ ਹੁੰਦਾ ਹੈ। ਕਹਿੰਦੇ ਸਤਿਗੁਰੂ ਸਾਨੂੰ ਪਤਾ ਨਹੀਂ, ਬੋਧ ਨਹੀਂ। ਮਹਾਰਾਜ ਕਹਿੰਦੇ ਤਾਮਸੀ ਤਪ ਹੈ, ਰਾਜਸੀ ਤਪ ਹੈ, ਸ਼ਾਂਤ ਕੀ ਤਪ ਹੈ। ਤਾਮਸੀ ਤਪ ਕਹਿੰਦੇ ਹੈ ਜੋ ਸਰੀਰ ਨੂੰ ਕਸ਼ਟ ਦੇਣਾ, ਦੁੱਖ ਦੇਣਾ, ਜਲ ਧਾਰੇ ਕਰਨੇ, ਪਾਣੀ 'ਚ ਖੜਨਾ, ਪੁੱਠੇ ਲਮਕ ਜਾਣਾ। ਸੋ ਇਹ ਜੋ ਸਰੀਰ ਨੂੰ ਬਹੁਤਾ ਦੁੱਖ ਦੇਣਾ, ਇਹ ਤਾਮਸੀ ਤਪ ਹੈ। ਮਹਾਰਾਜ ਕਹਿੰਦੇ ਇਹ ਨਹੀਂ ਕਰਨਾ। ਸੋ ਇਹ ਕਠਿਨ ਵੀ ਹੈ ਔਰ ਇਸ ਤਰ੍ਹਾਂ ਕਰਨ ਦੇ ਨਾਲ ਕੋਈ ਬਹੁਤਾ ਲਾਭ ਨਹੀਂ ਹੁੰਦਾ। ਪਾਤਸ਼ਾਹ ਨੇ ਕਿਹਾ ਦੂਸਰਾ ਹੈ ਰਾਜਸੀ ਤਪ। ਰਾਜਸੀ ਅਤੇ ਸਾਤਕੀ ਤਪ ਅਤੇ ਪਰਮੇਸ਼ਰ ਦੀ ਜੋ ਭਗਤੀ ਹੈ ਉਹਦੇ ਬਾਰੇ ਦੱਸਦੇ ਹਾਂ। ਪਾਤਸ਼ਾਹ ਜੀ ਕਹਿੰਦੇ ਜੋ ਅੱਖਾਂ ਨੂੰ ਪਰਾਏ ਰੂਪ ਨੂੰ ਤੱਕਣ ਵੱਲੋਂ ਰੋਕਣਾ, ਕੰਨਾਂ ਨੂੰ ਨਿੰਦਿਆ ਸੁਣਨ ਵੱਲੋਂ ਰੋਕ ਕੇ ਰੱਖਣਾ, ਹੱਥਾਂ ਨੂੰ ਚੋਰੀ ਵੱਲੋਂ ਹਟਾਉਣਾ, ਪੈਰਾਂ ਨੂੰ ਕੁਸੰਗਤ ਵਿੱਚ ਜਾਣ ਤੋਂ ਰੋਕਣਾ, ਅਤੇ ਜਿਹੜੇ ਇਹ ਨੇਤਰ ਨੇ ਗੁਰੂ ਦੇ ਦਰਸ਼ਨ ਕਰਨੇ, ਸਾਧ ਸੰਗਤ ਦੇ ਦੀਦਾਰ ਕਰਨੇ, ਸੰਤਾਂ ਦੇ ਦਰਸ਼ਨ ਕਰਨੇ, ਔਰ ਪਰਮੇਸ਼ਰ ਦੀਆਂ ਸਿਫਤ ਸਲਾਹ ਦੀਆਂ ਪੋਥੀਆਂ ਗ੍ਰੰਥਾਂ ਦੇ ਦਰਸ਼ਨ ਵੱਲ ਇਹਨਾਂ ਨੇਤਰਾਂ ਨੂੰ ਜੋੜਨਾ, ਹੱਥਾਂ ਨੂੰ ਪਰਮੇਸ਼ਰ ਦੇ ਪਿਆਰਿਆਂ ਦੀ ਸੇਵਾ ਵਿੱਚ ਲਾਉਣਾ, ਗੁਰੂ ਦੇ ਦਰ 'ਤੇ ਚੱਲ ਕੇ ਜਾਣਾ, ਇਹਨੂੰ ਰਾਜਸੀ ਤਪ ਕਹਿੰਦੇ ਹੈ। ਸਰੀਰ ਦੇ ਜਿਹੜੇ ਇੰਦਰੇ ਹਨ ਭਲੇ ਪਾਸੇ, ਚੰਗੇ ਪਾਸੇ ਇਹਨਾਂ ਨੂੰ ਲਾਉਣਾ, ਇਹ ਰਾਜਸੀ ਤਪ ਹੈ। ਇਸ ਤੋਂ ਅੱਗੇ ਆਉਂਦਾ ਸ਼ਾਂਤ ਕੀ ਤਪ। ਸ਼ਾਂਤ ਕੀ ਤਪ ਕਿਹਾ ਜਾਂਦਾ ਹੈ ਪਰਮਾਤਮਾ ਦਾ ਨਾਮ ਜਪਣ ਦੇ ਵਿੱਚ ਲੱਗਣਾ। ਜਿਹੜਾ ਪੁਰਖ ਜਿਸ ਵੇਲੇ ਨਾਮ ਵੱਲ, ਬਾਣੀ ਵੱਲ ਧਿਆਨ ਧਾਰਦਾ ਹੈ ਅਤੇ ਮਨ ਜਿਹੜਾ ਨਾ ਵਿੱਚੋਂ ਨਿਕਲ ਜਾਂਦਾ ਹੈ, ਮਨ ਉਡਾਰੀ ਮਾਰ ਜਾਂਦਾ, ਕਦੇ ਕਿਸੇ ਪਾਸੇ, ਕਦੇ ਕਿਸੇ ਪਾਸੇ। ਮਹਾਰਾਜ ਕਹਿੰਦੇ ਮਨ ਭਾਵੇਂ ਉਡਾਰੀ ਮਾਰ ਜਾਵੇ ਪਰ ਫਿਰ ਮਨ ਨੂੰ ਮੋੜ ਕੇ ਲਿਆ ਕੇ ਗੁਰਬਾਣੀ ਦੇ ਵਿੱਚ ਲਾਉਣਾ, ਨਾਮ ਦੇ ਵਿੱਚ ਜੋੜਨਾ। ਤਾਂ ਵਾਰ-ਵਾਰ ਇਸ ਤਰ੍ਹਾਂ ਕਰਨਾ। ਇਹ ਕੰਮ ਕਰਦਿਆਂ ਥੱਕਣਾ ਨਹੀਂ। ਜਿਹੜਾ ਥੱਕ ਗਿਆ ਜਾਂ ਆਲਸੀ ਹੋ ਗਿਆ, ਪਾਤਸ਼ਾਹ ਜੀ ਕਹਿੰਦੇ ਉਹ ਮੰਜ਼ਿਲ 'ਤੇ ਨਹੀਂ ਪਹੁੰਚ ਸਕਦਾ, ਉਹ ਪ੍ਰਭੂ ਦੇ ਨਾਲ ਅਭੇਦ ਨਹੀਂ ਹੋ ਸਕਦਾ। ਤਾਂ ਜਿਹੜਾ ਮਨ ਹੈ, ਤੁਸੀਂ ਬਾਣੀ ਪੜ੍ਹੋ, ਜੇ ਬਾਣੀ 'ਚੋਂ ਮਨ ਨਿਕਲ ਕੇ ਬਾਹਰ ਜਾਂਦਾ ਹੈ ਫਿਰ ਮਨ ਨੂੰ ਮੋੜ ਕੇ ਲੈ ਕੇ ਆਓ। ਅੱਕਣਾ ਅਤੇ ਥੱਕਣਾ ਬਿਲਕੁਲ ਨਹੀਂ, ਸਗੋਂ ਇਹ ਜਿਹੜਾ ਮਨ ਹੈ ਇਸ ਮਨ ਨੂੰ ਥਕਾਉਣਾ ਹੈ। ਨਾਲ ਗੁਰੂ ਨਾਨਕ ਸਾਹਿਬ ਨੇ ਉਦਾਹਰਣ ਦਿੱਤੀ ਕਿ ਜਿਵੇਂ ਘੋੜੇ ਨੂੰ ਮਸਾਲਾ ਖਵਾਇਆ ਜਾਂਦਾ ਹੈ, ਉਹ ਖਾਂਦਾ ਨਹੀਂ, ਸੁੱਟ ਦਿੰਦਾ ਹੈ, ਪਰ ਜੇ ਖਵਾਉਣ ਵਾਲਾ ਢਿੱਲਾ ਹੋ ਜਾਏ ਅਤੇ ਫਿਰ ਉਹ ਮਸਾਲਾ ਘੋੜੇ ਨੂੰ ਦੇ ਨਹੀਂ ਪਾਉਂਦਾ। ਪਰ ਜਿਹੜਾ ਭਾਵ ਕਰਕੇ ਉਸ ਘੋੜੇ ਨੂੰ ਮਸਾਲਾ ਖਵਾਉਂਦਾ ਹੈ, ਉਹ ਇੱਥੋਂ ਤੱਕ ਕਿ ਉਹਦੇ ਮੂੰਹ ਵਿੱਚ ਹੱਥ ਪਾਈ ਰੱਖਦਾ ਘੋੜੇ ਦੇ, ਔਰ ਫਿਰ ਉਦੋਂ ਤੱਕ ਜਦੋਂ ਤੱਕ ਉਹ ਮਸਾਲਾ ਅੰਦਰ ਨਹੀਂ ਲੰਘਾ ਲੈਂਦਾ, ਉਹ ਯਤਨ ਕਰਕੇ ਉਸ ਨੂੰ ਮਸਾਲਾ ਖਵਾਉਂਦਾ ਹੈ। ਮਸਾਲਾ ਖਵਾ ਕੇ ਜਦੋਂ ਕਾਜਾ ਕਰਦਾ ਨਾ, ਘੋੜੇ ਦੇ ਮੂੰਹ ਦੇ ਵਿੱਚ ਲਗਾਮ ਪਾ ਕੇ ਉਹਦੀਆਂ ਵਾਗਾਂ ਕਾਠੀ ਦੇ ਨਾਲ ਬੰਨ੍ਹ ਦਿੰਦੇ ਹੈ ਵੀ ਉਹ ਮੂੰਹ ਤਾਂ ਨੂੰ ਰੱਖੇ, ਮਸਾਲਾ ਸੁੱਟੇ ਨਾ।
ਤੋ ਇਸ ਤਰ੍ਹਾਂ ਜਦੋਂ ਉਹ ਯਤਨ ਕਰਕੇ ਮਸਾਲਾ ਖਵਾ ਦਿੱਤਾ ਜਾਂਦਾ ਤਾਂ ਘੋੜੇ ਦਾ ਰੋਗ ਦੂਰ ਹੋ ਜਾਂਦਾ ਹੈ। ਪਾਤਸ਼ਾਹ ਜੀ ਕਹਿੰਦੇ ਇਹ ਮਨ ਵੀ ਘੋੜੇ ਵਰਗਾ ਹੈ, ਇਹਨੂੰ ਵੀ ਮਸਾਲਾ ਦੇਣਾ ਪੈਂਦਾ ਹੈ। ਇਹ ਬਾਣੀ ਵੱਲ ਨਹੀਂ ਆਉਂਦਾ। ਨਾਮ ਜਪਣ ਵਾਲੇ ਨਾਮ ਜਪਦੇ ਆ, ਇਹ ਮਨ ਬਾਹਰ ਉਡਾਰੀ ਮਾਰਦਾ ਹੈ। ਤੋ ਵਾਰ-ਵਾਰ ਇਸ ਮਨ ਨੂੰ ਮੋੜ ਕੇ ਨਾਮ ਦੇ ਵਿੱਚ, ਬਾਣੀ ਦੇ ਵਿੱਚ ਜੋੜਨਾ ਹੈ। ਤੇ ਪਾਤਸ਼ਾਹ ਜੀ ਕਹਿੰਦੇ ਫਿਰ ਜਿਸ ਵੇਲੇ ਗੁਰੂ ਦਾ ਸ਼ਬਦ ਇਹ ਮਨ ਵਿੱਚ ਵਸ ਜਾਏਗਾ, ਇਹ ਮਨ ਦੇ ਸਾਰੇ ਰੋਗ ਦੂਰ ਹੋ ਜਾਣਗੇ, ਇਹ ਭੈੜੀਆਂ ਵਾਸ਼ਨਾਵਾਂ ਵੱਲੋਂ ਹਟ ਜਾਵੇਗਾ। ਸਤਿਗੁਰੂ ਪਾਤਸ਼ਾਹ ਜੀ ਦਾ ਇਹ ਉਪਦੇਸ਼ ਭਾਈ ਪਿਰਥੀ ਮੱਲ ਤੇ ਭਾਈ ਰਾਮਾ ਇਹਨਾਂ ਨੇ ਦ੍ਰਿੜ ਕੀਤਾ। ਸਾਧ ਸੰਗਤ ਕਰਦੇ ਰਹੇ, ਟਹਿਲ ਕਰਦੇ ਰਹੇ, ਸੇਵਾ ਕਰਦੇ ਰਹੇ, ਸ਼ਬਦ ਦਾ ਅਭਿਆਸ ਕੀਤਾ, ਮਨ ਟਿਕਾਓ ਵਿੱਚ ਆਇਆ ਤੇ ਪਰਿਵਾਰ ਸਮੇਤ ਇਹ ਸੰਸਾਰ ਭੌਜਲ ਤੋਂ ਤਰ ਗਏ। ਸੋ ਉਹਨਾਂ ਸਿੱਖਾਂ ਦਾ ਜ਼ਿਕਰ ਭਾਈ ਸਾਹਿਬ ਨੇ ਕੀਤਾ ਹੈ। ਪਿਰਥੀ ਮੱਲ ਸਹਿਗਲ ਭਲਾ, ਰਾਮਾ ਡਿੱਡੀ ਭਗਤ ਅਭਿਆਸੀ। ਭਾਈ ਪਿਰਥੀ ਮੱਲ ਸਹਿਗਲ ਜਾਤ ਦਾ ਤੇ ਭਾਈ ਰਾਮਾ ਡਿੱਡੀ ਜਾਤ ਦਾ, ਇਹ ਬੜੇ ਪਿਆਰੇ ਭਲੇ ਸਿੱਖ ਸਨ, ਸਤਿਗੁਰੂ ਦੇ ਭਗਤੀ ਕਰਦੇ, ਨਾਮ ਦੇ ਅਭਿਆਸੀ ਹੈ। ਦੌਲਤ ਖਾਂ ਲੋਧੀ ਭਲਾ, ਹੋਆ ਜਿੰਦ ਪੀਰ ਅਬਿਨਾਸੀ। ਸੁਲਤਾਨਪੁਰ ਦਾ ਹਾਕਮ ਨਵਾਬ ਦੌਲਤ ਖਾਂ ਲੋਧੀ ਖਾਨਦਾਨ ਦਾ, ਇਹ ਵੀ ਸਤਿਗੁਰੂ ਦਾ ਸਿੱਖ ਬਣਿਆ, ਗੁਰੂ ਨਾਨਕ ਸਾਹਿਬ ਦਾ। ਹੋਆ ਜਿੰਦ ਪੀਰ ਅਬਿਨਾਸੀ, ਇਹ ਜਿੰਦਾ ਪੀਰ ਹੋਇਆ ਤੇ ਨਾਸ਼ ਤੋਂ ਰਹਿਤ ਪਦਵੀ ਤੇ ਪਹੁੰਚਿਆ। ਸੁਲਤਾਨਪੁਰ ਸ਼ਹਿਰ ਇਹ ਬੜਾ ਪੁਰਾਣਾ ਹੈ। ਮਹਿਮੂਦ ਗਜ਼ਨਵੀ ਦੇ ਇੱਕ ਜਰਨੈਲ, ਉਹਦਾ ਨਾਮ ਸੀ ਸੁਲਤਾਨ ਖਾਨ ਲੋਧੀ। ਸੁਲਤਾਨ ਖਾਨ ਲੋਧੀ ਜਿਹੜਾ ਮਹਿਮੂਦ ਗਜ਼ਨਵੀ ਦਾ ਜਰਨੈਲ ਸੀ, ਉਸ ਨੇ ਆਪਣੇ ਨਾਂ 'ਤੇ ਇਹ ਸ਼ਹਿਰ ਵਸਾਇਆ ਸੀ, ਸੁਲਤਾਨਪੁਰ। ਤੇ ਨਵਾਬ ਦੌਲਤ ਖਾਨ ਲੋਧੀ, ਜਦੋਂ ਸਤਿਗੁਰੂ ਮਹਾਰਾਜ ਜੀ ਗੁਰੂ ਨਾਨਕ ਸਾਹਿਬ ਦੇ ਵੇਲੇ ਦੀ ਆਪਾਂ ਗੱਲ ਕਰੀਏ, ਉਹ ਇੱਥੋਂ ਦਾ ਹਾਕਮ ਸੀ। ਦੌਲਤ ਖਾਨ ਇੱਕ ਖਵਾਜਾ ਖਿਜ਼ਰ ਦਾ ਚੇਲਾ ਸੀ। ਖਵਾਜਾ ਖਿਜ਼ਰ ਨੂੰ ਵੀ ਜਿੰਦਾ ਪੀਰ ਕਿਹਾ ਜਾਂਦਾ ਹੈ। ਪਰ ਸਤਿਗੁਰੂ ਦੀ ਸੰਗਤ ਕਰਕੇ ਦੌਲਤ ਖਾਨ ਇਹ ਇੱਕ ਅੱਲਾ ਦਾ ਉਪਾਸ਼ਕ ਬਣਿਆ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਿਆ। ਦੌਲਤ ਖਾਂ ਲੋਧੀ, ਇਹਦੇ ਕੋਲ ਇੱਕ ਕਰਮਚਾਰੀ ਕੰਮ ਕਰਦਾ ਸੀ, ਜਿਹਦਾ ਨਾਮ ਸੀ ਭਾਈ ਜੈ ਰਾਮ। ਉਹ ਇਹਦੇ ਕੋਲ ਅਫਸਰ ਸਨ। ਉਧਰ ਤਲਵੰਡੀ ਦੇ ਵਿੱਚ ਰਾਏ ਬੁਲਾਰ ਖਾਨ ਸਾਹਿਬ ਹੈ, ਤੇ ਦੌਲਤ ਖਾਂ ਲੋਧੀ ਇੱਥੋਂ ਭਾਈ ਜੈ ਰਾਮ ਨੂੰ ਰਾਏ ਬੁਲਾਰ ਦੇ ਕੋਲ ਭੇਜਿਆ ਕਰਦਾ ਸੀ। ਉੱਥੋਂ ਜੋ ਮਾਮਲਾ ਸੀ ਉਹ ਲੈ ਕੇ ਆਇਆ ਕਰਦਾ ਸੀ ਭਾਈ ਜੈ ਰਾਮ। ਸਾਲ ਵਿੱਚ 2 ਗੇੜੇ ਲਾਉਣੇ ਤਲਵੰਡੀ ਦੇ, ਉੱਥੇ ਜਾਣਾ। ਭਾਈ ਜੈ ਰਾਮ ਜੀ ਬਹੁਤ ਹੀ ਗੁਣਾਂ ਵਾਲੇ, ਬਹੁਤ ਸੁਸ਼ੀਲ, ਚੰਗਾ ਸੁਭਾਅ ਸੀ। ਤੇ ਰਾਏ ਬੁਲਾਰ ਗੁਰੂ ਨਾਨਕ ਸਾਹਿਬ ਜੀ ਨੂੰ ਪਰਮੇਸ਼ਰ ਰੂਪ ਜਾਣਦੇ ਸਨ। ਖਾਸ ਕਰਕੇ ਇਹ 3 ਗੁਰੂ ਨਾਨਕ ਸਾਹਿਬ ਦੇ ਸਿੱਖ, ਜਿਨ੍ਹਾਂ ਦੀ ਅਥਾਹ ਸ਼ਰਧਾ ਸੀ ਸਤਿਗੁਰੂ ਦੇ ਉੱਤੇ। ਸਭ ਤੋਂ ਪਹਿਲਾਂ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਭੈਣ ਜੀ ਬੇਬੇ ਨਾਨਕੀ ਜੀ, ਜਿਨ੍ਹਾਂ ਨੇ ਵੀਰ ਕਰਕੇ ਨਹੀਂ, ਰੱਬ ਕਰਕੇ ਗੁਰੂ ਨਾਨਕ ਸਾਹਿਬ ਨੂੰ ਜਾਣਿਆ। 5 ਸਾਲ ਸਤਿਗੁਰੂ ਤੋਂ ਵੱਡੇ ਸਨ ਉਮਰ ਵਿੱਚ। ਦੂਜਾ ਭਾਈ ਮਰਦਾਨਾ ਜੀ 10 ਸਾਲ ਉਮਰ ਵਿੱਚ ਸਤਿਗੁਰੂ ਤੋਂ ਵੱਡੇ ਸੀ, ਖੁਦਾ ਕਰਕੇ ਸਤਿਗੁਰੂ ਨੂੰ ਜਾਣਿਆ। ਤੀਸਰਾ ਤਲਵੰਡੀ ਦਾ ਹਾਕਮ ਰਾਏ ਬੁਲਾਰ, ਗੁਰੂ ਨਾਨਕ ਸਾਹਿਬ ਤੋਂ ਉਮਰ ਦੇ ਵਿੱਚ 25 ਸਾਲ ਵੱਡਾ ਹੈ, ਤੇ ਸਤਿਗੁਰੂ ਦੇ ਉੱਤੇ ਅਥਾਹ ਸ਼ਰਧਾ ਸੀ। ਜਦੋਂ ਕਿਤੇ ਬਾਬਾ ਕਾਲੂ ਜੀ ਨੇ, ਪਿਤਾ ਜੀ ਨੇ ਗੁੱਸੇ ਹੋਣਾ,
ਤੇ ਰਾਏ ਬੁਲਾਰ ਨੇ ਸੱਦ ਕੇ ਕਹਿਣਾ ਕਿ ਨਾਨਕ ਨੂੰ ਕਦੇ ਗੁੱਸੇ ਨਾ ਹੋਵੀਂ, ਇਹਦੇ ਕਰਕੇ ਤਾਂ ਮੇਰੀ ਇਹ ਤਲਵੰਡੀ ਵੱਸਦੀ ਹੈ। ਜਦੋਂ ਅਸੀਂ ਇਤਿਹਾਸ ਨੂੰ ਵਾਚਦੇ ਹਾਂ, ਪੜ੍ਹਦੇ ਹਾਂ, ਬਾਬਾ ਕਾਲੂ ਜੀ ਪਟਵਾਰੀ ਸਨ। ਪਟਵਾਰੀਆਂ ਤੋਂ ਗੱਲ ਚੇਤੇ ਆ ਗਈ, ਅੱਜ ਕੱਲ੍ਹ ਹੜਤਾਲ ਚੱਲਦੀ ਪਈ ਪਟਵਾਰੀਆਂ ਦੇ। ਕਈ ਲੋਕ ਇਹੋ ਜਿਹਾ ਤਰਕ ਦਿੰਦੇ ਆ ਕਿ ਬਾਬੇ ਨਾਨਕ ਦੇ ਪਿਤਾ ਪਟਵਾਰੀ ਸਨ, ਪਟਵਾਰੀਆਂ ਦਾ ਸਤਿਕਾਰ ਕਰੋ। ਲਓ ਜੀ, ਉਹ ਤਾਂ ਇਹਨਾਂ 'ਚ ਫਰਕ ਹੀ ਨਹੀਂ ਹੈ। ਗੁਰੂ ਨਾਨਕ ਸਾਹਿਬ ਦੇ ਸਤਿਕਾਰਯੋਗ ਪਟਵਾਰੀ ਪਿਤਾ ਬਾਬਾ ਕਾਲੂ ਜੀ, ਉਹ ਤੁਹਾਡੇ ਵਰਗੇ ਨਹੀਂ ਸੀ। ਤੁਸੀਂ ਉਹ ਮਾਇਆ ਇਕੱਤਰ ਕਰਦੇ ਹੋ ਜਿਹੜੀ ਤੁਹਾਡੇ ਬੱਚਿਆਂ ਵਾਸਤੇ ਜ਼ਹਿਰ ਹੈ। ਤਨਖਾਹਾਂ ਤੁਹਾਨੂੰ ਮਿਲਦੀਆਂ ਨੇ। ਮੈਂ ਸੋਚਦਾ ਹੁੰਨਾ ਕਿ ਸਭ ਤੋਂ ਜੇ ਕਰਪਟ ਕੋਈ ਮਹਿਕਮਾ ਹੈ ਉਹ ਇਹੀ ਹੈ। ਲੋਕ ਗੇੜੇ ਲਾਲਾ ਥੱਕ ਜਾਂਦੇ ਹੈ, ਪੈਸੇ ਦਿਓ ਤੇ ਕੰਮ ਕਰਦੇ ਨੇ ਤੇ ਨਹੀਂ ਕਰਦੇ। ਖੈਰ ਉਹ ਵਿਸ਼ਾ ਨਹੀਂ ਮੇਰਾ। ਗੱਲ ਕਰਦਾ ਸਤਿਗੁਰੂ ਦੇ ਪਿਤਾ ਜੀ ਪਟਵਾਰੀ ਸਨ ਬਾਬਾ ਕਾਲੂ ਜੀ, ਔਰ ਚਾਹੁੰਦੇ ਸੀ ਮੇਰਾ ਪੁੱਤਰ ਕੋਈ ਵੱਡਾ ਵਪਾਰ ਕਰੇ। ਜਦ 20 ਰੁਪਏ ਦਿੱਤੇ, ਭੁੱਖੇ ਸਾਧੂਆਂ ਨੂੰ ਪ੍ਰਸ਼ਾਦ ਛਕਾਏ, ਬਾਹਰ ਛੱਪੜ 'ਤੇ ਬੈਠ ਗਏ। ਪਤਾ ਲੱਗਾ ਬਾਬਾ ਕਾਲੂ ਜੀ ਨੂੰ, ਤੇ ਛੇਤੀ ਛੇਤੀ ਕਦਮਾਂ ਦੇ ਨਾਲ ਚੱਲ ਕੇ ਗਏ। ਤੇ ਬੇਬੇ ਨਾਨਕੀ ਨੂੰ ਪਤਾ ਸੀ ਪਿਤਾ ਦੇ ਸੁਭਾਅ ਦਾ ਕਿ ਵੀਰ ਜੀ ਨੂੰ ਹੁਣ ਗੁੱਸੇ ਹੋਣਗੇ ਤੇ ਕੁੱਟਣਗੇ। ਬੇਬੇ ਨਾਨਕੀ ਵੀ ਛੇਤੀ ਛੇਤੀ ਪਿਤਾ ਜੀ ਦੇ ਪਿੱਛੇ ਹੋ ਤੁਰੇ। ਛੱਪੜ 'ਤੇ ਬੈਠੇ ਸਨ ਸਤਿਗੁਰੂ ਜੀ, ਤੇ ਜਾਂਦਿਆਂ ਸਾਰ ਬਾਬਾ ਕਾਲੂ ਜੀ ਨੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਮੁਖ ਦੇ ਉੱਤੇ ਆਪਣੇ ਹੱਥ ਦੇ ਨਾਲ ਚਪੇੜਾਂ ਮਾਰੀਆਂ। ਤੇ ਬੇਬੇ ਨਾਨਕੀ ਨੇ ਅੱਗੇ ਹੋ ਕੇ ਪਿਤਾ ਦਾ ਹੱਥ ਫੜ ਲਿਆ ਕਿ ਵੀਰ ਨੂੰ ਇਸ ਤਰ੍ਹਾਂ ਨਾ ਕੁੱਟੋ। ਖੈਰ ਸਤਿਗੁਰੂ ਆ ਗਏ, ਤੇ ਜਦੋਂ ਇਸ ਗੱਲ ਦਾ ਰਾਏ ਬੁਲਾਰ ਨੂੰ ਪਤਾ ਲੱਗਾ, ਉਹਨੇ ਬਾਬਾ ਕਾਲੂ ਜੀ ਨੂੰ ਸੱਦਿਆ, ਆਪਣਾ ਬੰਦਾ ਭੇਜਿਆ ਵੀ ਬਾਬਾ ਕਾਲੂ ਜੀ ਨੂੰ ਕਹੋ ਮੇਰੀ ਹਵੇਲੀ ਵਿੱਚ ਆਉਣਾ। ਬਾਬਾ ਕਾਲੂ ਜੀ ਟਲ ਗਏ, ਹੋਰ ਕਿਸੇ ਦੂਜੇ ਘਰੇ ਚਲੇ ਗਏ ਕਿ ਛੱਡੋ ਰਾਏ ਬੁਲਾਰ ਉਹ ਵੀ ਦੁਖੀ ਹੋਵੇਗਾ। ਪਰ ਰਾਏ ਬੁਲਾਰ ਨੇ ਕਿਹਾ ਨਹੀਂ, ਜਿੱਥੇ ਵੀ ਹਨ ਲੈ ਕੇ ਆਓ। ਫਿਰ ਗੁਰੂ ਨਾਨਕ ਸਾਹਿਬ ਵੀ ਤੇ ਬਾਬਾ ਕਾਲੂ ਜੀ ਵੀ ਗਏ। ਤੇ ਰਾਏ ਬੁਲਾਰ ਖਾਨ ਸਾਹਿਬ ਨੇ ਕਿਹਾ, ਕਾਲੂ ਜੀ ਮੈਂ ਤੁਹਾਨੂੰ ਕਿਹਾ ਸੀ ਕਿ ਗੁਰੂ ਨਾਨਕ ਸਾਹਿਬ ਜੀ ਇਹਨਾਂ ਨੂੰ ਗੁੱਸੇ ਨਹੀਂ ਹੋਣਾ, ਕ੍ਰੋਧ ਨਹੀਂ ਕਰਨਾ। ਜੇ ਕੋਈ ਤੇਰਾ ਨੁਕਸਾਨ ਕਰਦਾ ਹੈ ਮੇਰੇ ਤੋਂ ਲੈ ਲਵੀਂ। ਉਸੇ ਵੇਲੇ ਆਪਣੇ ਖਜ਼ਾਨਚੀ ਨੂੰ ਕਿਹਾ ਵੀ 20 ਰੁਪਏ ਲਿਆ ਕਰਕੇ ਬਾਬਾ ਕਾਲੂ ਜੀ ਨੂੰ ਦੇ ਦਿਓ। ਤੇ ਬਾਬਾ ਕਾਲੂ ਜੀ ਨੇ ਲੈ ਨਹੀਂ, ਇਨਕਾਰ ਕਰ ਦਿੱਤਾ। ਕਹਿੰਦੇ ਗੱਲ 20 ਦੀ ਨਹੀਂ, ਮੇਰਾ ਪੁੱਤਰ ਹੈ, ਤੇ ਜੇ ਕਿਸੇ ਗਲਤ ਪਾਸੇ ਜਾਂਦਾ ਤੇ ਮੇਰਾ ਫਰਜ਼ ਵੀ ਨਹੀਂ ਮੈਂ ਉਸ ਨੂੰ ਰੋਕਾਂ। ਰਾਏ ਬੁਲਾਰ ਖਾਨ ਸਾਹਿਬ ਕਹਿੰਦੇ ਉਹ ਤੇਰੀ ਨਜ਼ਰ ਦੇ ਵਿੱਚ ਹੋ ਸਕਦਾ ਹੈ ਇਹਨੇ ਨਫਾ ਨਹੀਂ ਕਮਾਇਆ, ਪਰ ਮੇਰੇ ਗੁਰੂ ਨਾਨਕ ਪਾਤਸ਼ਾਹ ਜੀ ਦੀਆਂ ਨਜ਼ਰਾਂ ਦੇ ਨਾਲ ਦੇਖੋ, ਅੱਗੇ ਵਾਸਤੇ ਕਦੇ ਵੀ ਇਹਨਾਂ ਨੂੰ ਗੁੱਸੇ ਨਹੀਂ ਹੋਣਾ, ਕਦੇ ਝਿੜਕਣਾ ਨਹੀਂ। ਜਿੰਨੀ ਦੌਲਤ ਧਨ ਚਾਹੀਦਾ ਹੈ ਮੇਰੇ ਤੋਂ ਲੈ ਜਾਵੀਂ, ਜੇ ਤੂੰ ਕਹਿਣਾ ਵੀ ਇਹ ਉਜਾੜਦਾ ਹੈ। ਖੈਰ ਬਾਬਾ ਕਾਲੂ ਜੀ ਵਾਪਸ ਆ ਗਏ। ਭਾਈ ਜੈ ਰਾਮ ਜੀ ਰਾਏ ਬੁਲਾਰ ਦੇ ਕੋਲ ਜਾਇਆ ਕਰਦੇ ਸੀ, ਸਾਲ ਵਿੱਚ 2 ਵਾਰ ਉਹਨਾਂ ਨੇ ਜਾਣਾ। ਉੱਥੋਂ ਜੋ ਜਿੰਨੀ ਵੀ ਪੈਲੀ ਜ਼ਮੀਨ ਹੁੰਦੀ ਸੀ ਉਹਦਾ ਮਾਮਲਾ ਲੈ ਕੇ ਆਇਆ ਕਰਦੇ ਸਨ। ਰਾਏ ਬੁਲਾਰ ਖਾਨ ਸਾਹਿਬ ਉਹਨਾਂ ਦੇ ਮਨ ਵਿੱਚ ਇਹ ਵਿਚਾਰ ਸੀ ਕਿ ਬਾਬਾ ਕਾਲੂ ਜੀ ਦੀ ਸਪੁੱਤਰੀ ਨਾਨਕੀ, ਉਹਦੇ ਵਾਸਤੇ ਕੋਈ ਯੋਗ ਵਰ ਹੋਵੇ। ਤੇ ਭਾਈ ਜੈ ਰਾਮ ਦੇ ਨਾਲ ਉਹ ਮਿਲਦੇ ਰਹਿੰਦੇ ਸੀ, ਤੇ ਮਨ ਵਿੱਚ ਇਹ ਸੀ ਵੀ ਮੈਂ ਇਹਨਾਂ ਦੇ ਨਾਲ ਬੇਬੇ ਨਾਨਕੀ ਦਾ ਰਿਸ਼ਤਾ ਕਰਵਾ ਦਿੰਦਾ ਹਾਂ। ਸੁਭਾਵਕ ਇੱਕ ਦਿਨ ਰਾਏ ਬੁਲਾਰ ਤੇ ਭਾਈ ਜੈ ਰਾਮ ਹਵੇਲੀ ਵਿੱਚ ਉਤਾਂ ਬੈਠੇ ਸੀ। ਹਵੇਲੀ ਦੇ ਨੇੜੇ ਹੀ ਖੂਹ ਸੀ, ਜਿੱਥੇ ਖੂਹ ਦੇ ਉੱਤੇ ਪਾਣੀ ਭਰਨ ਬੀਬੀਆਂ ਆਇਆ ਕਰਦੀਆਂ ਸਨ।
ਭਾਈ ਜੈ ਰਾਮ ਜੀ ਨੇ ਬੇਬੇ ਨਾਨਕੀ ਨੂੰ ਵੇਖਿਆ ਸ਼ੁਭ ਗੁਣ, ਔਰ ਰਾਏ ਬੁਲਾਰ ਖਾਨ ਸਾਹਿਬ ਨੂੰ ਪੁੱਛ ਹੀ ਲਿਆ ਵੀ ਇਹ ਲੜਕੀ ਕਿਹਨਾਂ ਦੀ ਹੈ। ਰਾਏ ਬੁਲਾਰ ਖਾਨ ਸਾਹਿਬ ਕਹਿੰਦੇ ਇਹ ਮੇਰੀ ਆਪਣੀ ਹੀ ਹੈ, ਸ਼ੁਭ ਗੁਣਾਂ ਦੀ ਮਾਲਕ ਹੈ, ਔਰ ਇਹਦੇ ਜੀਵਨ ਦੇ ਇੰਨੇ ਗੁਣ ਨੇ ਬਿਆਨ ਨਹੀਂ ਕੀਤੇ ਜਾ ਸਕਦੇ। ਭਾਈ ਜੈ ਰਾਮ ਜੀ ਉਹਨਾਂ ਨੂੰ ਆਪ ਹੀ ਰਾਏ ਬੁਲਾਰ ਖਾਨ ਸਾਹਿਬ ਨੇ ਕਿਹਾ ਵੀ ਮੈਂ ਚਾਹੁੰਦਾ ਸੀ ਤੁਹਾਡੇ ਨਾਲ ਰਿਸ਼ਤਾ ਕਰ ਦਈਏ, ਪਰ ਇਹ ਗੱਲ ਚਲੋ ਤੁਸੀਂ ਆਪ ਤੋਰ ਲਈ, ਤੁਸੀਂ ਆਪਣੇ ਵੱਲੋਂ ਚਲੇ ਜਾਓ ਹੁਣ ਤੇ ਲਾਗੀ ਭੇਜਣੇ ਆਪਣੇ ਪੁਰੋਹਿਤ ਜੋ ਹੁੰਦੇ ਹੈ, ਤੇ ਇਧਰੋਂ ਅਸੀਂ ਸੱਦ ਲਵਾਂਗੇ। ਭਾਈ ਜੈ ਰਾਮ ਜੀ ਚਲੇ ਗਏ। ਜਦੋਂ ਉਦੋਂ ਰਿਸ਼ਤੇ ਹੁੰਦੇ ਸਨ, ਪੁਰੋਹਿਤ ਆਇਆ ਕਰਦੇ ਸੀ। ਰਾਏ ਬੁਲਾਰ ਖਾਨ ਸਾਹਿਬ ਦੀ ਹਵੇਲੀ ਦੇ ਵਿੱਚ ਬੈਠ ਕੇ ਬੇਬੇ ਨਾਨਕੀ ਦੀ ਮੰਗਣੀ ਦੀ ਗੱਲ, ਇਹ ਰਿਸ਼ਤਾ ਤੈਅ ਹੋਇਆ। ਸਮਾਂ ਆਇਆ, ਬੇਬੇ ਨਾਨਕੀ ਦਾ ਵਿਆਹ ਭਾਈ ਜੈ ਰਾਮ ਜੀ ਦੇ ਨਾਲ ਹੋਇਆ। ਬੇਬੇ ਨਾਨਕੀ ਜੀ ਸੁਲਤਾਨਪੁਰ ਆ ਗਏ, ਔਰ ਇੱਥੇ ਭਾਈ ਜੈ ਰਾਮ ਜੀ ਅਫਸਰ ਸਨ ਦੌਲਤ ਖਾਨ ਲੋਧੀ ਦੇ। ਜਦੋਂ ਭਾਈ ਜੈ ਰਾਮ ਜੀ ਬੇਬੇ ਨਾਨਕੀ ਜੀ ਨੂੰ ਮਿਲਾਉਣ ਵਾਸਤੇ ਆਪਣੇ ਸਹੁਰੇ ਗਏ ਤਲਵੰਡੀ, ਤਾਂ ਬਾਬਾ ਕਾਲੂ ਜੀ ਜਦੋਂ ਘਰੇ ਪਹੁੰਚੇ, ਸਤਿਕਾਰ ਸਹਿਤ ਉਹਨਾਂ ਨੂੰ ਨਮਸਕਾਰ ਕਰਕੇ ਬੇਬੇ ਨਾਨਕੀ ਨੂੰ ਪੇਕੇ ਛੱਡ ਕੇ ਤੇ ਸਿੱਧੇ ਹੀ ਰਾਏ ਬੁਲਾਰ ਦੇ ਕੋਲ ਹਵੇਲੀ ਵਿੱਚ ਚਲੇ ਗਏ। ਰਾਏ ਬੁਲਾਰ ਦਾ ਸਤਿਕਾਰ ਕੀਤਾ ਤੇ ਗੱਲਾਂ ਚੱਲੀਆਂ। ਰਾਏ ਬੁਲਾਰ ਨੇ ਇੱਕ ਗੱਲ ਕਹੀ, ਭਾਈ ਜੈ ਰਾਮ ਤੂੰ ਇਉਂ ਕਰ ਵੀ ਆਪਣੇ ਭਰਾ ਨਾਨਕ ਨੂੰ ਆਪਣੇ ਕੋਲ ਸੁਲਤਾਨਪੁਰ ਲੈ ਜਾ। ਇੱਥੇ ਬਾਬਾ ਕਾਲੂ ਜੀ ਰੰਜ ਕਰਦੇ ਐ, ਗੁੱਸੇ ਹੁੰਦੇ ਐ, ਤੇ ਭਾਈ ਜੈ ਰਾਮ ਜੀ ਕਹਿੰਦੇ ਮੈਂ ਅੱਜ ਹੀ ਲੈ ਜਾਂਦਾ ਹਾਂ। ਰਾਏ ਬੁਲਾਰ ਕਹਿੰਦੇ ਅੱਜ ਨਹੀਂ, 2-3 ਮਹੀਨੇ ਠਹਿਰੋ, ਉਸ ਤੋਂ ਬਾਅਦ ਭੇਜ ਦਿਆਂਗੇ। ਕਹਿੰਦੇ ਠੀਕ ਹੈ। ਭਾਈ ਜੈ ਰਾਮ ਜੀ ਵਾਪਸ ਸੁਲਤਾਨਪੁਰ ਆ ਗਏ। ਇੱਧਰ ਨਵਾਬ ਦੌਲਤ ਖਾਨ ਨੂੰ ਵੀ ਕੋਈ ਚੰਗਾ ਮੋਦੀ ਚਾਹੀਦਾ ਸੀ, ਮੋਦੀ ਖਾਨੇ ਦੀ ਕਾਰ ਵਾਸਤੇ, ਕਿਉਂਕਿ ਨੇਤੀ ਉਹਦੇ ਕੋਲ ਸ਼ਿਕਾਇਤਾਂ ਪੁੱਜਦੀਆਂ ਸਨ ਵੀ ਇਸ ਤਰ੍ਹਾਂ ਮੋਦੀ ਖਾਨੇ ਦੀ ਕਾਰ ਦੇ ਵਿੱਚ ਅੱਜ ਆਹ ਹੋ ਗਿਆ, ਸੌਦਾ ਚੰਗਾ ਨਹੀਂ ਮਿਲਿਆ। ਉਹ ਵੀ ਦੁਖੀ ਸੀ ਦੌਲਤ ਖਾਨ ਕਿ ਬੰਦੇ ਹੁਣ ਮੈਂ ਕਿਹੜੇ ਇੱਥੇ ਭਰਤੀ ਕਰਾਂ, ਕੋਈ ਚੰਗਾ ਮੋਦੀ ਮੈਨੂੰ ਮਿਲ ਜਾਏ। ਭਾਈ ਜੈ ਰਾਮ ਜੀ ਗੁਰੂ ਨਾਨਕ ਸਾਹਿਬ ਜੀ ਨੂੰ ਤਲਵੰਡੀ ਤੋਂ ਆਪਣੇ ਕੋਲ ਸੁਲਤਾਨਪੁਰ ਲੈ ਆਏ। ਇੱਥੇ ਨਵਾਬ ਦੌਲਤ ਖਾਨ ਦੇ ਕੋਲ ਲੈ ਕੇ ਗਏ ਤੇ ਉਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਕੋਈ ਕੰਮ ਦੇ ਦਿਓ। ਦੌਲਤ ਖਾਨ ਲੋਧੀ ਨੇ ਜਾਣ ਪਛਾਣ ਕੀਤੀ, ਇੰਟਰਵਿਊ ਲਈ। ਕੋਈ ਜਾਣਦਾ ਹੈ ਪੜ੍ਹਾਈ ਬਾਰੇ? ਸਤਿਗੁਰੂ ਨੇ ਕਿਹਾ ਹਾਂ, ਹਿੰਦਕੀ ਵੀ ਜਾਣਦਾ ਹਾਂ, ਸੰਸਕ੍ਰਿਤ ਵੀ, ਫਾਰਸੀ ਵੀ, ਤੇ ਲੇਖਾ ਵੀ ਚੰਗੀ ਤਰ੍ਹਾਂ ਮੈਂ ਕਰ ਲੈਂਦਾ ਹਾਂ। ਦੌਲਤ ਖਾਂ ਖੁਸ਼ ਹੋਇਆ ਤੇ ਮੋਦੀ ਖਾਨੇ ਦਾ, ਮੋਦੀ ਦੀ ਜਿਹੜੀ ਕਾਰ ਕਰਨ ਦੀ ਜ਼ਿੰਮੇਵਾਰੀ ਸਾਰੀ ਗੁਰੂ ਨਾਨਕ ਸਾਹਿਬ ਨੂੰ ਦੇ ਦਿੱਤੀ। ਉਦੋਂ ਲੋਕ ਜਿਨਸਾਂ ਦਿਆ ਕਰਦੇ ਸਨ, ਤੇ ਜਿਹੜੇ ਉਹ ਮੋਦੀ ਹੁੰਦੇ ਸੀ, ਉਹ ਜਦੋਂ ਲੈਣੀ ਚੀਜ਼ ਵਸਤੂ ਜਿਹੜੀ ਵੀ ਕੋਈ ਫਸਲ, ਉਹ ਵੱਧ ਤੋਲਣੀ ਤੇ ਦੇਣ ਲੱਗਿਆਂ ਘੱਟ ਤੋਲਣੀ। ਇੱਦਾਂ ਦਾ ਕੰਮ ਚੱਲਦਾ ਸੀ। ਭਾਈ ਮਨੀ ਸਿੰਘ ਜੀ ਲਿਖਦੇ ਹੈ ਵੀ ਮਹਾਰਾਜ ਜੀ ਦੇ ਕੋਲ ਵੱਟੇ ਰੱਖੇ ਗਏ। ਜਿਹੜਾ ਪਾਈਆ ਸੀ ਸਤਿਗੁਰੂ ਨੇ ਬੜਾ ਸਤਿਕਾਰ ਕੀਤਾ ਉਹਦਾ, ਕਹਿੰਦੇ ਧਾਨੇ ਪਾਈਆ, ਸਾਰੇ ਕੋਈ ਸ਼ੇਰ ਸਵਾ ਸ਼ੇਰ ਕਹਾਉਂਦਾ ਹੈ ਤੇ ਇਹ ਆਪਣੇ ਆਪ ਨੂੰ ਛੋਟਾ ਕਹਾਉਂਦਾ ਹੈ। ਗੱਲ ਨਿਮਾਣੇ ਬਣਨ ਦੀ ਸੀ। ਉਦੋਂ ਇਹ ਕੰਮ ਜਿਹੜਾ ਸੀ ਨਾ ਮੋਦੀ ਦਾ ਬਹੁਤ ਜ਼ਿੰਮੇਵਾਰੀ ਦਾ ਸੀ, ਔਰ ਇੱਥੋਂ ਹੀ ਸਾਰੀ ਫੌਜ ਨੂੰ ਜਿਹੜਾ ਰਾਸ਼ਨ ਪਾਣੀ ਜਾਂਦਾ ਹੁੰਦਾ ਸੀ ਮੋਦੀ ਖਾਨੇ ਦੇ ਵਿੱਚੋਂ। ਸਤਿਗੁਰੂ ਨੇ ਬਾਖੂਬੀ ਨਿਭਾਇਆ। ਔਰ ਪਹਿਲਾ ਕਾਰਜ ਮਹਾਰਾਜ ਨੇ ਇਹ ਕੀਤਾ ਵੀ ਜਿਹੋ ਜੀ ਰਸਦ ਜਿਣਸ ਨਵਾਬ ਦੇ ਘਰ ਵਿੱਚ ਜਾਵੇਗੀ ਦੌਲਤ ਖਾਨ ਦੇ, ਉਹੋ ਜੀ ਹੀ ਜਿਣਸ ਆਮ ਬੰਦੇ ਦੇ ਘਰ ਵਿੱਚ ਜਾਏਗੀ। ਇਹ ਨਹੀਂ ਕਿ ਜੇ ਕੋਈ ਗਰੀਬ ਹੈ ਤੇ ਜਿਹੜੀ ਛਾਣੀ ਹੋਈ ਫਸਲ ਹੈ, ਵੱਖਰੀ ਕੱਢੀ ਹੋਈ ਹੈ, ਸੜੀ, ਉਹ ਗਰੀਬ ਦੇ ਘਰ ਵਿੱਚ ਜਾਣੀ ਹੈ, ਤੇ ਵਧੀਆ ਜਿਣਸ
ਅਮੀਰ ਦੇ ਘਰ ਵਿੱਚ ਜਾਵੇਗੀ ਐਸਾ ਨਹੀਂ, ਸਾਰਿਆਂ ਦੇ ਘਰ ਵਿੱਚ ਇੱਕੋ ਜਿਹੀ ਜਾਵੇਗੀ। ਦੌਲਤ ਖਾਂ ਪ੍ਰਸੰਨ ਹੋਇਆ, ਖੁਸ਼ ਹੋਇਆ। ਖੈਰ ਸਤਿਗੁਰੂ ਨੇ ਬੜੀ ਜ਼ਿੰਮੇਵਾਰੀ ਦੇ ਨਾਲ ਇਹ ਮੋਦੀ ਦੀ ਕਾਰ ਕੀਤੀ, ਔਰ ਮਹਾਰਾਜ ਜੇ ਕੋਈ ਗਰੀਬ ਹੁੰਦਾ ਸੀ ਉਹਨੂੰ ਉੱਦਾਂ ਵੀ ਦੇ ਦਿੰਦੇ ਸਨ। ਔਰ ਖੁਦਾ ਨੂੰ ਸੰਬੋਧਨ ਕਰਕੇ, ਹੇ ਪ੍ਰਭੂ ਇਹ ਸਾਰਾ ਕੁਝ ਤੇਰਾ ਹੀ ਤੇਰਾ ਹੈ, ਆ ਵੀ ਤੇਰਾ, ਹੇ ਪ੍ਰਭੂ ਆ ਵੀ ਤੇਰਾ। ਉਹ 13 ਗਿਣਤੀ ਦੇ ਨਹੀਂ, ਤੇਰਾ ਦਾ ਅਰਥ ਰੱਬ ਜੀ ਤੇਰਾ ਹੈ। ਸ਼ਿਕਾਇਤਾਂ ਵੀ ਪੁੱਜੀਆਂ, ਲੇਖਾ ਹੋਇਆ, ਹਿਸਾਬ ਕਿਤਾਬ ਹੋਇਆ, ਫਿਰ ਵੀ ਮਹਾਰਾਜ ਦੇ ਪੈਸੇ ਵੱਧ ਨਿਕਲੇ ਦੌਲਤ ਖਾਂ ਵੱਲ। ਉਹਨੇ ਭਲਾ ਮੋਦੀ ਜਾਣਿਆ, ਸਤਿਗੁਰੂ ਦੀਆਂ ਵਿਚਾਰਾਂ ਤੋਂ ਬੜਾ ਪ੍ਰਭਾਵਿਤ ਹੋਇਆ, ਸਤਿਗੁਰੂ ਦੇ ਕਦਮਾਂ 'ਤੇ ਸਿਰ ਰੱਖਿਆ। ਭਾਈ ਮਰਦਾਨਾ ਵੀ ਸਤਿਗੁਰੂ ਕੋਲ ਆਉਂਦੇ, ਕੀਰਤਨ ਹੁੰਦਾ, ਰੂਹ ਦੀ ਖੁਰਾਕ ਮਿਲਦੀ ਸਾਰਿਆਂ ਨੂੰ। ਸਮਾਂ ਪਾ ਕੇ ਸਤਿਗੁਰੂ ਜੀ ਨੇ ਮੋਦੀ ਦੀ ਕਾਰ ਛੱਡੀ ਹੈ। ਅਤੇ ਮਹਾਰਾਜ ਸੱਚੇ ਪਾਤਸ਼ਾਹ ਸਭ ਨੂੰ ਪਤਾ ਹੈ, ਜਦੋਂ ਵੇਈਂ ਵਿੱਚ ਪ੍ਰਵੇਸ਼ ਹੋਏ ਨੇ ਸੁਲਤਾਨਪੁਰ, ਭਾਈ ਮਰਦਾਨਾ ਹੈ। ਅਤੇ ਗੁਰੂ ਨਾਨਕ ਸਾਹਿਬ ਜੀ ਜਦੋਂ ਵੇਈਂ ਵਿੱਚ ਪ੍ਰਵੇਸ਼ ਹੋਏ, ਬਾਹਰ ਨਹੀਂ ਨਿਕਲੇ। ਸੁਲਤਾਨਪੁਰ ਵਿੱਚ ਰੌਲਾ ਪੈ ਗਿਆ। ਜਿਹੜਾ ਨਵਾਬ ਦੌਲਤ ਖਾਂ ਦਾ ਮੋਦੀ ਹੈ, ਉਹ ਵੇਈਂ ਵਿੱਚ ਡੁੱਬ ਗਿਆ ਹੈ। ਲੋਕ ਦੌੜੇ ਭੱਜੇ, ਇਕੱਠੇ ਹੋਏ। ਦੌਲਤ ਖਾਂ ਨੇ ਗੋਤਾਖੋਰ ਮੰਗਵਾਏ ਕਿ ਮੇਰਾ ਮੋਦੀ ਕਿੱਥੇ ਚਲਿਆ ਗਿਆ। ਕਈ ਜਾਲ ਲੈ ਕੇ ਆਏ, ਪਰ ਸਤਿਗੁਰੂ ਮਿਲੇ ਨਹੀਂ। ਤੱਕੋ ਭਾਈ ਮਰਦਾਨੇ ਵੱਲ। ਸਤਿਗੁਰੂ ਬਸਤਰਾਂ ਦੇ ਕੋਲ ਬਹਾ ਗਏ ਸਨ। ਲੋਕਾਂ ਨੇ ਕਿਹਾ, ਮਰਦਾਨਿਆ ਉੱਠ ਚੱਲ, ਜੋ ਰੱਬ ਦਾ ਭਾਣਾ ਉਹ ਮੰਨਣਾ ਪੈਣਾ ਹੈ। ਅਤੇ ਭਾਈ ਮਰਦਾਨਾ ਉਹਨੇ ਸ਼ਬਦ ਕਹੇ, ਮੇਰਾ ਮੁਰਸ਼ਦ ਮੈਨੂੰ ਕਹਿ ਕੇ ਗਿਆ ਸੀ, ਇੱਥੇ ਬੈਠ, ਕੱਪੜਿਆਂ ਕੋਲ ਮੈਂ ਆਇਆ। 3 ਦਿਨ ਭਾਈ ਮਰਦਾਨਾ ਉੱਥੇ ਬਸਤਰਾਂ ਕੋਲ ਬੈਠਾ ਰਿਹਾ, ਦਿਨੇ ਰਾਤ। ਲੋਕਾਂ ਨੇ ਬਥੇਰਾ ਕਿਹਾ, ਤੂੰ ਪਾਗਲ ਹੋ ਗਿਆ, ਚੱਲ। ਕਦੇ ਪਾਣੀ ਵਿੱਚ ਇੰਨਾ ਲੰਮਾ ਸਮਾਂ ਡੁੱਬੇ ਬੰਦੇ ਵੀ ਜਿਉਂਦੇ ਨਿਕਲੇ। ਅਤੇ ਭਾਈ ਮਰਦਾਨਾ ਕਹਿੰਦਾ, ਤੁਹਾਡੀਆਂ ਨਜ਼ਰਾਂ ਵਿੱਚ ਬੰਦਾ ਹੈ, ਮੇਰੀਆਂ ਨਜ਼ਰਾਂ ਵਿੱਚ ਗੁਰੂ ਨਾਨਕ ਮੇਰਾ ਮੁਰਸ਼ਿਦ ਖੁਦਾ ਹੈ। 3 ਦਿਨ ਸਿਰੜ ਦੇ ਨਾਲ, ਦ੍ਰਿੜਤਾ ਦੇ ਨਾਲ ਬੈਠੇ ਰਹੇ। ਅਤੇ ਬੇਬੇ ਨਾਨਕੀ ਦੇ ਕੰਨਾਂ ਵਿੱਚ ਜਦ ਇਹ ਸ਼ਬਦ ਪਏ ਤਾਂ ਬੇਬੇ ਨਾਨਕੀ ਨੇ ਇਹੀਓ ਕਿਹਾ ਸੀ ਕਿ ਜਿਹੜਾ ਦੁਨੀਆ ਨੂੰ ਤਾਰਨ ਆਇਆ ਉਹ ਕਦੇ ਆਪ ਨਹੀਂ ਡੁੱਬ ਸਕਦਾ। ਸਬਰ ਰੱਖੋ। ਕਿੰਨਾ ਸਬਰ ਸੀ ਬੇਬੇ ਨਾਨਕੀ ਵਿੱਚ। ਤੀਜੇ ਦਿਨ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਵੇਈਂ ਦੇ ਵਿੱਚੋਂ ਬਾਹਰ ਨਿਕਲੇ। ਭਾਈ ਮਰਦਾਨੇ ਨੇ ਆਪਣੇ ਮੁਰਸ਼ਦ ਦੇ ਚਰਨਾਂ 'ਤੇ ਨਮਸਕਾਰ ਕੀਤੀ। ਸਤਿਗੁਰੂ ਆਏ ਹੈ। ਇੱਕ ਤਾਂ ਹਜ਼ੂਰ ਮੂਲ ਮੰਤਰ ਲੈ ਕੇ ਆਏ, ਔਰ ਨਾਲ ਹੀ ਸਤਿਗੁਰੂ ਨੇ ਕਿਹਾ, ਨਾ ਹਿੰਦੂ ਨਾ ਮੁਸਲਮਾਨ। ਇਹ ਸ਼ਬਦ ਕਈਆਂ ਨੂੰ ਚੰਗੇ ਨਾ ਲੱਗੇ। ਸਤਿਗੁਰੂ ਨੇ ਕਿਹਾ, ਸਾਰੇ ਇੱਕ ਨੇ। ਅਤੇ ਦੌਲਤ ਖਾਂ ਲੋਧੀ ਉਹ ਵੀ ਆਇਆ, ਰੱਬ ਦਾ ਸ਼ੁਕਰ ਮਨਾਇਆ ਵੀ ਮੇਰਾ ਮੋਦੀ ਨਾਨਕ ਡੁੱਬਣੋਂ ਬਚ ਗਿਆ। ਅਤੇ ਇੱਥੇ ਹੀ ਸੁਲਤਾਨਪੁਰ ਜਦੋਂ ਨਮਾਜ਼ ਪੜ੍ਹਨ ਦੀ ਗੱਲ ਆਉਂਦੀ ਹੈ ਅਤੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਠੀਕ ਹੈ, ਤੁਹਾਡੇ ਨਾਲ ਨਮਾਜ਼ ਪੜ੍ਹਦਾ ਹਾਂ। ਪਰ ਸਤਿਗੁਰੂ ਜਦੋਂ ਨਮਾਜ਼ ਪੜ੍ਹਨ ਲੱਗੇ, ਨਵਾਬ ਹੈ ਦੌਲਤ ਖਾਂ, ਕਾਜੀ ਹੈ, ਮੁਸਕਰਾਏ, ਹੱਸੇ। ਕਾਜੀ ਨੇ ਨਵਾਬ ਨੂੰ ਕਿਹਾ, ਇਹਨਾਂ ਨੂੰ ਸਜ਼ਾ ਦੇਣੀ ਚਾਹੀਦੀ ਹੈ, ਸਾਡੀ ਨਮਾਜ਼ 'ਤੇ ਹੱਸਦੇ ਹੈ। ਜਦੋਂ ਸਤਿਗੁਰੂ ਨੂੰ ਪੁੱਛਿਆ ਗਿਆ, ਮਹਾਰਾਜ ਕਹਿੰਦੇ, ਨਮਾਜ਼ ਮੈਂ ਪੜ੍ਹਦਾ ਕਿਹਦੇ ਨਾਲ? ਦੌਲਤ ਖਾਂ, ਜਦੋਂ ਤੁਸੀਂ ਉਜੂ ਕਰਦੇ ਸੀ ਉਦੋਂ ਤਾਂ ਮਨ ਤੁਹਾਡਾ ਨਮਾਜ਼ ਵਿੱਚ ਸੀ, ਪਰ ਜਦੋਂ ਤੁਸੀਂ ਨਮਾਜ਼ ਵਿੱਚ ਖਲੋਤੇ, ਨਵਾਬ ਜੀ, ਤੁਸੀਂ ਤਾਂ ਕਾਬਲ ਦੇ ਵਿੱਚ ਘੋੜੇ ਖਰੀਦ ਰਹੇ ਸੀ। ਇਹ ਕਾਜੀ, ਇਹਨੂੰ ਚਿੰਤਾ ਸੀ ਘਰ ਦੇ ਵਿੱਚ ਵਛੇਰੀ ਦੀ, ਘੋੜੀ ਸੂਈ ਸੀ ਵੀ ਘਰ ਜਿਹੜੀ ਖੂਹੀ ਹੈ ਉਹਦੇ ਵਿੱਚ ਵਛੇਰੀ ਨਾ ਡਿੱਗ ਜਾਏ, ਤਾਂ ਉੱਥੇ ਫਿਰਦਾ ਸੀ। ਮੈਂ ਨਮਾਜ਼ ਕਿਹਦੇ ਨਾਲ ਪੜ੍ਹਦਾ? ਸੁਣ ਕੇ ਸਾਰੇ ਹੈਰਾਨ ਰਹਿ ਗਏ। ਸਤਿਗੁਰੂ ਨੇ ਕਿਹਾ, ਮਨ ਦੀ ਇਕਾਗਰਤਾ ਬਣਾਓ। ਇਹ ਨਹੀਂ ਕਿਹਾ ਵੀ ਨਮਾਜ਼ ਬੰਦ ਕਰ ਦੇਵੋ। ਵਾਰ-ਵਾਰ ਇਸ ਮਨ ਨੂੰ ਟਿਕਾਓ, ਯਤਨ ਕਰੋ, ਮੋੜਨ ਦਾ ਯਤਨ ਕਰੋ। ਨਵਾਬ ਦੌਲਤ ਖਾਂ ਸਤਿਗੁਰੂ ਦੇ ਚਰਨਾਂ 'ਤੇ ਉਹਨੇ ਸਿਰ ਰੱਖਿਆ ਅਤੇ ਸਤਿਗੁਰੂ ਦਾ ਸਿੱਖ ਬਣਿਆ। ਵੱਡੀਆਂ ਰਹਿਮਤਾਂ ਦੌਲਤ ਖਾਂ ਲੋਧੀ ਨੇ ਸਤਿਗੁਰੂ ਤੋਂ ਪ੍ਰਾਪਤ ਕੀਤੀਆਂ।
ਤੇ ਇਹਨਾਂ ਮਹਾਰਾਜ ਸੱਚੇ ਪਾਤਸ਼ਾਹ ਤੋਂ ਪ੍ਰਭਾਵਿਤ ਹੋਇਆ। ਉਹਨੇ ਇੱਕ ਵਿਦਿਆ ਦਾ ਕੇਂਦਰ ਸੁਲਤਾਨਪੁਰ ਨੂੰ ਬਣਾਇਆ, ਮਦਰਸਾ ਬਣਾਇਆ, ਬਹੁਤ ਵੱਡਾ ਵਿਦਿਆਲਾ ਇੱਥੇ ਬਣਾਇਆ ਸੀ ਦੌਲਤ ਖਾਨ ਨੇ, ਕਿਉਂਕਿ ਸਤਿਗੁਰੂ ਨੇ ਕਿਹਾ ਸੀ ਦਸਵੰਧ ਕੱਢਿਆ ਕਰ, ਭਲੇ ਕਾਰਜਾਂ ਦੇ ਵਿੱਚ ਮਾਇਆ ਲਾਇਆ ਕਰ। ਤੇ ਸੁਲਤਾਨਪੁਰ ਇੰਨਾ ਵੱਡਾ ਫਿਰ ਬਾਅਦ ਵਿੱਚ ਅਸੀਂ ਵੇਖਦੇ ਵਿਦਿਆ ਦਾ ਕੇਂਦਰ ਰਿਹਾ ਹੈ। ਸ਼ਾਹਜਹਾਂ ਵੀ ਇੱਥੇ ਪੜ੍ਹਿਆ, ਦਾਰਾ ਵੀ ਇੱਥੇ ਪੜ੍ਹਿਆ, ਔਰੰਗਜ਼ੇਬ ਦੀ ਮੁੱਢਲੀ ਵਿਦਿਆ ਵੀ ਸੁਲਤਾਨਪੁਰ ਲੋਧੀ ਹੋਈ। ਐਡਾ ਵੱਡਾ ਇਹ ਏਸ਼ੀਆ ਦਾ ਸਭ ਤੋਂ ਵੱਡਾ ਵਿਦਿਆ ਦਾ ਕੇਂਦਰ ਸੀ, ਜਿੱਥੇ ਇਹ ਬਾਦਸ਼ਾਹਾਂ ਦੇ ਸ਼ਹਿਜ਼ਾਦੇ ਪੜ੍ਹਦੇ ਰਹੇ। ਸੋ ਮਹਾਰਾਜ ਸੱਚੇ ਪਾਤਸ਼ਾਹ ਤੋਂ ਇਹ ਪ੍ਰਭਾਵਿਤ ਹੋਇਆ ਸੀ। ਭਾਈ ਗੁਰਦਾਸ ਸਾਹਿਬ ਲਿਖ ਰਹੇ ਨੇ, ਦੌਲਤ ਖਾਂ ਲੋਧੀ ਭਲਾ ਹੋਆ ਜਿੰਦ ਪੀਰ ਅਬਿਨਾਸੀ। ਦੌਲਤ ਖਾਂ ਲੋਧੀ ਇਹ ਭਲਾ ਹੈ, ਇਹ ਜਿੰਦਾ ਪੀਰ ਹੋਇਆ ਤੇ ਨਾਸ਼ ਤੋਂ ਰਹਿਤ ਪਦਵੀ ਨੂੰ ਪਹੁੰਚਿਆ ਹੈ। ਜਿੰਦਾ ਪੀਰ ਜਿਹਦਾ ਇਹ ਚੇਲਾ ਸੀ ਨਾ ਪਹਿਲਾਂ, ਖਵਾਜਾ ਖਿਜ਼ਰ ਦਾ, ਉਹਨੂੰ ਵੀ ਜਿੰਦਾ ਪੀਰ ਕਹਿੰਦੇ ਸਨ। ਤੇ ਇਸ ਤਰ੍ਹਾਂ ਵੀ ਵਿਦਵਾਨ ਅਰਥ ਕਰਦੇ ਹੈ ਵੀ ਪਹਿਲਾਂ ਇਹ ਜਿੰਦਾ ਪੀਰ ਖਵਾਜਾ ਖਿਜ਼ਰ ਦਾ ਚੇਲਾ ਸੀ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਸਿੱਖ ਬਣ ਕੇ ਅਬਿਨਾਸ਼ੀ ਇੱਕ ਅੱਲਾ ਦਾ ਉਪਾਸ਼ਕ ਬਣਿਆ ਤੇ ਨਾਸ਼ ਤੋਂ ਰਹਿਤ ਪਦਵੀ ਤੇ ਪਹੁੰਚਿਆ। ਮਾਲੋ ਮੰਗਾ ਸਿੱਖ ਦੋਏ ਗੁਰਬਾਣੀ ਰਸ ਰਸਕ ਬਿਲਾਸੀ। ਭਾਈ ਮਾਲੋ ਤੇ ਭਾਈ ਮੰਗਾ ਇਹ ਦੋ ਗੁਰੂ ਕੇ ਸਿੱਖ ਹਨ, ਇਹ ਵੀ ਗੁਰੂ ਨਾਨਕ ਸਾਹਿਬ ਦੇ ਸਿੱਖ ਹੋਏ ਹੈ। ਗੁਰਬਾਣੀ ਰਸ ਰਸਕ ਬਿਲਾਸੀ, ਤੇ ਗੁਰਬਾਣੀ ਦੇ ਰਸੀਏ ਹੋਏ ਹੈ। ਸ਼ਬਦ ਦਾ ਰਸ ਇਹਨਾਂ ਨੂੰ ਪ੍ਰਾਪਤ ਹੋਇਆ, ਔਰ ਸ਼ਬਦ ਦੇ ਰਸ ਨੂੰ ਪ੍ਰਾਪਤ ਕਰਕੇ ਰਸੀਏ ਬਣ ਕੇ ਇਹਨਾਂ ਨੇ ਬਿਲਾਸੀ ਆਨੰਦ ਤੇ ਖੇੜੇ ਨੂੰ ਪ੍ਰਾਪਤ ਕੀਤਾ ਹੈ। ਭਾਈ ਮਾਲੋ ਤੇ ਭਾਈ ਮੰਗਾ ਇਹ ਕੀਰਤਨ ਤੇ ਕਥਾ ਕਰਿਆ ਕਰਦੇ ਸਨ। ਸਤਿਗੁਰੂ ਦੀ ਸ਼ਰਨ ਦੇ ਵਿੱਚ ਆਏ, ਮਹਾਰਾਜ ਦੇ ਦਰਸ਼ਨ ਕੀਤੇ, ਅਰਦਾਸ ਕੀਤੀ, ਮਹਾਰਾਜ ਸਾਨੂੰ ਇਹੋ ਜਿਹਾ ਉਪਦੇਸ਼ ਦੇਵੋ ਵੀ ਸਾਡਾ ਉਧਾਰ ਹੋਵੇ। ਮਹਾਰਾਜ ਜੀ ਕਹਿੰਦੇ ਕਥਾ ਕੀਰਤਨ ਕਰਕੇ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਬਣਾਓ। ਤਾਮਸ਼ੀ ਤਪ ਜਿਹੜੇ ਹੈ ਇਹ ਸਿੱਖ ਨੇ ਨਹੀਂ ਕਰਨੇ। ਕਹਿੰਦੇ ਮਹਾਰਾਜ ਅਸੀਂ ਤਾਂ ਸੁਣਿਆ ਵੀ ਬੰਦਾ ਜਿੰਨੀ ਮਿਹਨਤ ਵੱਧ ਕਰੇ ਓਨਾ ਹੀ ਵੱਡਾ ਫਲ ਮਿਲਦਾ ਹੈ। ਪਾਤਸ਼ਾਹ ਜੀ ਕਹਿੰਦੇ ਨਹੀਂ, ਇਹ ਭੁਲੇਖਾ ਹੈ। ਲੱਕੜਾਂ ਵੱਢਣ ਵਾਲਾ ਲੈ ਕੇ ਆਉਂਦਾ ਹੈ, ਪੰਡ ਚੁੱਕ ਕੇ ਲਿਆਉਂਦਾ ਲੱਕੜਾਂ ਦੀ, ਉਹ ਕਿੰਨੇ ਕਮਾਉਂਦਾ, ਮਿਹਨਤ ਉਹਦੀ ਕਿੱਡੀ ਹੈ। ਉਹਦੇ ਤੋਂ ਜ਼ਿਆਦਾ ਜਿਹੜਾ ਦੁਕਾਨਦਾਰੀ ਕਰਦਾ ਹੈ, ਲੂਣ ਮਿਰਚ ਮਸਾਲਾ ਵੇਚਦਾ ਦੁਕਾਨ ਵਿੱਚ, ਉਹ ਹੈ ਭਾਵੇਂ ਉੱਥੇ ਬੈਠਾ ਪਰ ਉਹਦੇ ਤੋਂ ਵੱਧ ਕਮਾਉਂਦਾ ਹੈ। ਫਿਰ ਮਹਾਰਾਜ ਨੇ ਕਿਹਾ ਵੀ ਜਿਹੜੇ ਹੀਰੇ ਜਵਾਹਰਾਤਾਂ ਦੇ ਵਪਾਰੀ ਨੇ, ਕਰਦੇ ਕੁਛ ਨਹੀਂ ਪਰ ਲਾਭ ਉਹਨਾਂ ਨੂੰ ਵਧੇਰੇ ਹੁੰਦਾ ਹੈ। ਇਸ ਲਈ ਕਥਾ ਕੀਰਤਨ ਜਿਹੜਾ ਕਰਨਾ ਇਹ ਸੁਗਮ ਹੈ, ਇਹਦਾ ਫਲ ਬਹੁਤ ਜ਼ਿਆਦਾ ਹੈ। ਤੁਸੀਂ ਗੁਰਬਾਣੀ ਪੜ੍ਹਿਆ ਕਰੋ, ਆਪ ਕਥਾ ਕੀਰਤਨ ਕਰਿਆ ਕਰੋ, ਸੰਗਤ ਨੂੰ ਸਰਵਣ ਕਰਵਾਇਆ ਕਰੋ। ਭਾਈ ਮਾਲੋ ਇਹ ਪੋਥੀ ਦੇ ਨਾਲ ਗੁਰਬਾਣੀ ਦੀ ਕਥਾ ਕਰਿਆ ਕਰਦੇ, ਸਤਿਗੁਰੂ ਦੇ ਸ਼ਬਦ ਦੀ ਵਿਚਾਰ। ਭਾਈ ਮੰਗਾ ਹੋਰ ਸੰਗਤਾਂ ਬਹਿ ਕੇ ਸਨਮੁਖ ਸਰਵਣ ਕਰਦੀਆਂ ਸਨ। ਇਸ ਤਰ੍ਹਾਂ ਇਹਨਾਂ ਨੇ ਆਪਣੇ ਜੀਵਨ ਨੂੰ ਸਵਾਰਿਆ। ਸਨਮੁਖ ਕਾਲੂ ਆਸ ਧਾਰ ਗੁਰਬਾਣੀ ਦਰਗਹਿ ਸਾਬਾਸੀ। ਭਾਈ ਕਾਲੂ ਇਹ ਆਸ ਧਾਰ ਕੇ ਸਤਿਗੁਰੂ ਦੇ ਚਰਨਾਂ ਵਿੱਚ ਆਏ, ਗੁਰੂ ਨਾਨਕ ਸਾਹਿਬ ਦੇ, ਤੇ ਇਹ ਸਨਮੁਖ ਸਿੱਖ ਹੋਇਆ ਹੈ। ਗੁਰਬਾਣੀ ਦਾ ਅਭਿਆਸ ਕਰਕੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਇਹਨਾਂ ਨੂੰ ਸ਼ਾਬਾਸ਼ ਮਿਲੀ। ਜਦੋਂ ਸਤਿਗੁਰੂ ਨੂੰ ਆ ਕੇ ਮਿਲੇ ਤੇ ਮਹਾਰਾਜ ਨੂੰ ਬੇਨਤੀ ਕੀਤੀ ਸੀ ਭਾਈ ਕਾਲੂ ਨੇ, ਸਤਿਗੁਰੂ ਆਪ ਕਿਰਪਾ ਕਰਕੇ ਦੱਸੋ ਸਨਮੁਖ ਕਿਸ ਨੂੰ ਕਹਿੰਦੇ ਹੈ। ਤਾਂ ਮਹਾਰਾਜ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਸੀ, ਭਾਈ ਕਾਲੂ ਜੋ ਪਾਪਾਂ ਨੂੰ ਪਿੱਠ ਦੇ ਦਿੰਦੇ ਹੈ ਤੇ ਪੁੰਨ ਕਰਮ ਕਰਨ ਦੇ ਵਿੱਚ ਸਾਹਮਣੇ ਰਹਿੰਦੇ ਹੈ, ਉਹਨਾਂ ਨੂੰ ਸਨਮੁਖ ਕਿਹਾ ਜਾਂਦਾ ਹੈ। ਜਿਹੜੇ ਗੁਰੂ ਦੇ ਦਰਸ਼ਨ ਨੂੰ ਸਾਹਮਣੇ ਬੈਠ ਕੇ ਗੁਰੂ ਦਾ ਦਰਸ਼ਨ ਕਰਦੇ ਹੈ, ਗੁਰੂ ਦੇ ਬਚਨ ਸੁਣਦੇ ਹੈ ਤੇ ਬਚਨਾਂ ਤੇ ਫੁੱਲ ਚੜਾਉਂਦੇ ਹੈ, ਉਹ ਸਨਮੁਖ ਹਨ। ਤੇ ਜਿਹੜਾ ਸਾਡਾ ਮਨ ਹੈ, ਸਨਮੁਖ ਉਸ ਨੂੰ ਕਿਹਾ ਜਾਂਦਾ ਹੈ ਜਿਹੜਾ
ਮਨ ਦੀ ਬਿਰਤੀ ਦਾ ਸਾਖੀ ਹੋਵੇ। ਸਾਖੀ ਦਾ ਅਰਥ ਹੁੰਦਾ ਗਵਾਹ। ਤੇ ਮਹਾਰਾਜ ਨੇ ਦੱਸਿਆ ਉਹ 4 ਸਾਖੀਆਂ ਹਨ। ਭਾਵ 4 ਵੱਡੇ ਗੁਣ ਹਨ ਜਿਨ੍ਹਾਂ ਨੂੰ ਧਾਰ ਕੇ ਸਨਮੁਖ ਬਣੀਦਾ ਹੈ। ਭਾਈ ਕਾਲੂ ਨੇ ਕਿਹਾ ਮਹਾਰਾਜ ਉਹ 4 ਗੁਣ ਕਿਹੜੇ ਨੇ? ਸਤਿਗੁਰੂ ਨੇ ਕਿਹਾ ਇੱਕ ਮੈਤਰੀ ਹੈ, ਇੱਕ ਕਰੁਣਾ ਹੈ, ਇੱਕ ਮੁੱਦਤਾ ਹੈ ਤੇ ਇੱਕ ਉਪੇਖਿਆ ਹੈ। ਭਾਈ ਕਾਲੂ ਕਹਿੰਦਾ ਮਹਾਰਾਜ ਥੋੜ੍ਹਾ ਜਿਹਾ ਖੋਲ੍ਹ ਕੇ ਦੱਸੋ, ਮੈਨੂੰ ਇਹਨਾਂ ਬਾਰੇ ਪਤਾ ਨਹੀਂ। ਮੈਤਰੀ ਕੀ ਹੈ, ਕਰੁਣਾ ਕੀ ਹੈ, ਮੁੱਦਤਾ ਕੀ ਹੈ, ਉਪੇਖਿਆ ਕੀ ਹੈ? ਤਾਂ ਗੁਰੂ ਨਾਨਕ ਸਾਹਿਬ ਨੇ ਸਮਝਾਇਆ ਵੀ ਜਿਹੜੀ ਮੈਤਰੀ ਹੈ ਦਾ ਭਾਵ ਹੁੰਦਾ ਮਿੱਤਰਤਾ ਭਾਵ ਰੱਖਣੀ। ਮਿੱਤਰ ਜਾਣ ਕੇ ਕੋਈ ਹੈ ਵੰਡ ਕੇ ਛਕਣਾ। ਮਿੱਤਰ ਦਾ ਦੁੱਖ ਸੁੱਖ ਆਪਣਾ ਦੁੱਖ ਹੁੰਦਾ ਹੈ, ਔਰ ਆਪਣੇ ਕੋਲ ਜੋ ਧਨ ਹੈ, ਪਦਾਰਥ ਹੈ, ਉਹ ਲੋੜ ਪੈਣ 'ਤੇ ਮਿੱਤਰ ਨੂੰ ਦੇਣਾ। ਜੇ ਕੋਈ ਵਿੱਦਿਆ ਦਾ ਗੁਣ ਹੋਵੇ ਤਾਂ ਮਿੱਤਰ ਜਾਣ ਕੇ ਉਸ ਵਿੱਦਿਆ ਦੇ ਗੁਣ ਨੂੰ ਵੰਡ ਦੇਣਾ। ਤਾਂ ਮਹਾਰਾਜ ਜੀ ਕਹਿੰਦੇ ਇਸ ਨੂੰ ਮਿੱਤਰਤਾ ਭਾਵ ਕਿਹਾ ਜਾਂਦਾ ਹੈ ਵੀ ਸਾਰਿਆਂ ਨੂੰ ਮਿੱਤਰ ਜਾਣਨਾ ਅਤੇ ਗੁਣ ਹੈ ਉਹ ਵੀ ਵੰਡਣਾ। ਧਨ ਹੈ, ਜੇ ਕੋਈ ਮਿੱਤਰ ਬਹੁਤ ਗਰੀਬ ਹੈ ਧਨ ਦੇ ਕੇ ਉਹਦੀ ਮਦਦ ਕਰਨੀ, ਇਹ ਗੁਣ ਹੈ ਵੱਡਾ, ਮਿੱਤਰਤਾ ਭਾਵ ਇਸ ਨੂੰ ਕਿਹਾ ਜਾਂਦਾ ਹੈ। ਅਤੇ ਕਰੁਣਾ ਜੋ ਹੈ ਉਹਦੇ ਬਾਰੇ ਸਤਿਗੁਰੂ ਨੇ ਸਮਝਾਇਆ ਵੀ ਜੋ ਧਨ ਕਰਕੇ ਨੀਵਾਂ ਹੋਵੇ, ਬੁੱਧ ਕਰਕੇ ਨੀਵਾਂ ਹੋਵੇ, ਵਿੱਦਿਆ ਕਰਕੇ ਨੀਵਾਂ ਹੋਵੇ, ਬਲ ਕਰਕੇ ਨੀਵਾਂ ਕਮਜ਼ੋਰ ਹੋਵੇ, ਉਹਨੂੰ ਛੋਟੇ ਭਰਾ ਸਮਾਨ ਜਾਣੇ, ਪੁੱਤਰ ਸਮਾਨ ਜਾਣੇ ਅਤੇ ਉਹਦੀ ਸਹਾਇਤਾ ਕਰੇ ਅਤੇ ਆਪ ਹੰਕਾਰ ਨਾ ਕਰੇ ਵੀ ਮੈਂ ਵੱਡਾ, ਮੇਰੇ ਕੋਲ ਵਿੱਦਿਆ, ਮੇਰੇ ਕੋਲ ਧਨ, ਮੇਰੇ ਕੋਲ ਬਲ ਹੈ। ਪਾਤਸ਼ਾਹ ਜੀ ਕਹਿੰਦੇ ਉਹਨੂੰ ਕਰੁਣਾ ਕਹਿੰਦੇ ਵੀ ਕਿਰਪਾ ਕੀਤੀ ਹੈ, ਕਰੁਣਾ ਦਾ ਗੁਣ ਹੈ। ਕਰੁਣਾ ਭਾਵ ਇਸ ਨੂੰ ਕਿਹਾ ਜਾਂਦਾ ਹੈ। ਇਸੇ ਤਰ੍ਹਾਂ ਤੀਸਰਾ ਹੈ ਮੁੱਦਤਾ। ਮੁੱਦਤਾ ਕਹਿੰਦੇ ਹੈ ਜੋ ਗੁਣਾ ਕਰਕੇ, ਵਿੱਦਿਆ ਕਰਕੇ, ਬੁੱਧੀ ਕਰਕੇ ਆਪਣੇ ਆਪ ਤੋਂ ਵੱਡੇ ਹੋਣ, ਉਹਨਾਂ ਨੂੰ ਦੇਖ ਕੇ ਖੁਸ਼ ਹੋਵੇ, ਨਿੰਦਿਆ ਨਾ ਕਰੇ ਉਹਨਾਂ ਦੀ, ਮਨ ਵਿੱਚ ਈਰਖਾ ਨਾ ਕਰੇ ਵੀ ਇਹ ਮੇਰੇ ਤੋਂ ਧਨਵਾਨ ਕਿਉਂ ਹੈ, ਇਹ ਮੇਰੇ ਤੋਂ ਜ਼ਿਆਦਾ ਵਿੱਦਿਆ ਵਾਲਾ ਕਿਉਂ ਹੈ, ਇਹਦੇ ਕੋਲ ਮੇਰੇ ਤੋਂ ਵਧੇਰੇ ਤਾਕਤ ਬਲ ਕਿਉਂ। ਇਸ ਤਰ੍ਹਾਂ ਈਰਖਾ ਨਾ ਕਰੇ, ਸਗੋਂ ਪ੍ਰਸੰਨ ਹੋਵੇ ਮੇਰਾ ਮਿੱਤਰ ਹੈ, ਅਮੀਰ ਹੈ, ਗੁਣਾ ਕਰਕੇ ਵੀ, ਵਿੱਦਿਆ ਕਰਕੇ ਵੀ, ਤੋ ਖੁਸ਼ ਹੋਵੇ ਅਤੇ ਉਹਦੀ ਨਿੰਦਿਆ ਨਾ ਕਰੇ। ਸੋ ਇਸ ਨੂੰ ਮੁੱਦਤਾ ਕਿਹਾ ਜਾਂਦਾ ਹੈ। ਚੌਥਾ ਹੈ ਮਹਾਰਾਜ ਕਹਿੰਦੇ ਉਪੇਖਿਆ। ਜੋ ਆਪਣੀ ਬੁੱਧੀ ਹੈ ਅਤੇ ਗੁਰਾਂ ਦੇ ਜਿਹੜੇ ਬਚਨ ਹਨ ਉਹਨਾਂ ਦੇ ਅਨੁਸਾਰ ਸਾਰਿਆਂ ਨੂੰ ਉਪਦੇਸ਼ ਕਰੇ। ਜੋ ਸੱਤ ਕਰਕੇ ਬਚਨ ਮੰਨ ਲੈਣ ਤਾਂ ਵੀ ਭਲਾ ਹੈ, ਜੇ ਕੋਈ ਨਾ ਮੰਨੇ ਅਤੇ ਹਠ ਨਾ ਕਰੇ। ਜੇ ਕੋਈ ਜਿਵੇਂ ਗੁਰੂ ਦਾ ਬਚਨ ਹੈ, ਗੁਰੂ ਦਾ ਸ਼ਬਦ ਕਿਸੇ ਨੂੰ ਸੁਣਾਇਆ, ਉਹਨੇ ਗੱਲ ਮੰਨ ਲਈ, ਗੁਰੂ ਦਾ ਬਚਨ ਮੰਨ ਲਿਆ ਅਤੇ ਬਹੁਤ ਚੰਗੀ ਗੱਲ। ਜੇ ਉਹ ਨਹੀਂ ਮੰਨਦਾ ਤਾਂ ਹਠ ਨਾ ਕਰੇ। ਸੋ ਮਹਾਰਾਜ ਕਹਿੰਦੇ ਇਸ ਨੂੰ ਉਪੇਖਿਆ ਕਹਿੰਦੇ ਆ। ਸਮਝੇ ਵੀ ਇਹ ਬੰਦੇ ਦੀ ਪ੍ਰਾਲਬਧੀ ਐਸੀ ਹੈ, ਕੋਈ ਪਿਛਲਾ ਕਰਮ ਜਿਹਦੇ ਕਰਕੇ ਸਤਿਗੁਰੂ ਦੇ ਬਚਨ ਨੂੰ ਨਹੀਂ ਮੰਨਦਾ, ਉੱਥੇ ਗੁੱਸੇ ਨਾ ਹੋਵੇ। ਇਉਂ ਮਹਾਰਾਜ ਨੇ ਕਿਹਾ ਵੀ ਇਹ ਜਿਹੜੇ ਨੇ ਨਾ ਮੈਤਰੀ, ਕਰੁਣਾ, ਮੁੱਦਤਾ ਅਤੇ ਉਪੇਖਿਆ, ਜਿਹੜੇ ਇਹਨਾਂ ਦੇ ਸਹਿਤ ਹੁੰਦੇ ਉਹਨਾਂ ਨੂੰ ਸਨਮੁਖ ਕਹਿੰਦੇ ਹੈ। ਅਤੇ ਜਿਹੜੇ ਫਿਰ ਗੁਰੂ ਦਾ ਬਚਨ ਨਹੀਂ ਮੰਨਦੇ, ਕਮਾਉਂਦੇ ਨਹੀਂ, ਉਹ ਵੇਮੁਖ ਹੁੰਦੇ ਹੈ। ਇਉਂ ਪਾਤਸ਼ਾਹ ਜੀ ਨੇ ਸਿੱਖਿਆ ਦੇ ਕੇ ਭਾਈ ਕਾਲੂ ਜੀ ਨੂੰ ਨਿਹਾਲ ਕੀਤਾ। ਸਨਮੁਖ ਕਾਲੂ ਆਸ ਧਾਰ, ਗੁਰਬਾਣੀ ਦਰਗਹਿ ਸਾਬਾਸੀ। ਸੋ ਆਸ ਧਾਰ ਕੇ ਮਹਾਰਾਜ ਦੇ ਚਰਨਾਂ ਵਿੱਚ ਆਏ, ਸਨਮੁਖ ਸਿੱਖ ਹੋਏ, ਗੁਰਬਾਣੀ ਪੜ੍ਹ ਕੇ ਰੱਬੀ ਦਰਗਾਹ ਦੇ ਵਿੱਚ ਸ਼ਾਬਾਸ਼ ਮਿਲੀ। ਗੁਰਮਤਿ ਭਾਉ ਭਗਤ ਪਰਗਾਸੀ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਜਿਹੜੇ ਇਹ ਸਿੱਖ ਨੇ ਜਿਨ੍ਹਾਂ ਦੇ ਮੈਂ ਨਾਵਾਂ ਦਾ ਜ਼ਿਕਰ ਕੀਤਾ ਹੈ, ਗੁਰੂ ਦੀ ਮੱਤ ਨੂੰ ਧਾਰ ਕੇ ਅਤੇ ਪ੍ਰੇਮਾ ਭਗਤੀ ਦਾ ਇਹਨਾਂ ਨੇ ਪ੍ਰਕਾਸ਼ ਕੀਤਾ। ਆਪਣੇ ਹਿਰਦੇ ਵਿੱਚ ਵੀ ਪ੍ਰੇਮਾ ਭਗਤੀ ਦਾ ਪ੍ਰਕਾਸ਼ ਕੀਤਾ ਅਤੇ ਵਿਚਰ ਕੇ ਆਪਣੇ ਘਰ ਵਿੱਚ, ਨਗਰ ਕਸਬੇ ਵਿੱਚ, ਹਰ ਥਾਂ 'ਤੇ ਇਹਨਾਂ ਨੇ ਪ੍ਰੇਮਾ ਭਗਤੀ ਦਾ ਪ੍ਰਕਾਸ਼ ਕੀਤਾ। ਆਪ ਜਪਿਆ ਅਤੇ ਹੋਰਾਂ ਨੂੰ ਵੀ ਪ੍ਰਭੂ ਪਰਮਾਤਮਾ ਦੇ ਨਾਮ ਜਪਣ ਦੇ ਵਿੱਚ ਪ੍ਰੇਰਿਤ ਕੀਤਾ। ਕਈਆਂ ਦਾ ਜੀਵਨ ਸਫਲ ਹੋਇਆ ਨਾਮ ਜਪ ਕੇ। ਸੋ ਇਹ 13ਵੀਂ ਪੌੜੀ ਭਾਈ ਗੁਰਦਾਸ ਜੀ ਦੀ ਸੰਪੂਰਨ ਹੋਈ ਹੈ। ਸਤਿਗੁਰੂ ਮਿਹਰ ਕਰਨ। ਵਿਚਾਰਾਂ ਕਰਦੇ ਹਾਂ
ਬੇਅੰਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਸੰਗਤ ਨੇ ਭੁੱਲਾਂ ਦੀ ਖਿਮਾ ਬਖਸ਼ਣੀ, ਅਗਾਂਹ ਵਾਸਤੇ ਸੁਮਤ ਬਖਸ਼ਣੀ ਜੀ। ਸਨਮੁਖ ਕਾਲੂ ਆਸ ਧਾਰ, ਗੁਰਬਾਣੀ ਦਰਗਹਿ ਸਾਬਾਸੀ। ਗੁਰਮਤਿ ਭਾਉ ਭਗਤ ਪਰਗਾਸੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।